परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਦੇ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ। ਪਹਿਲੀ ਗਵਾਹੀ ਸਿਸਟਰ ਸੰਦੀਪ ਕੌਰ ਦੀ ਆ, ਜਿਨ੍ਹਾਂ ਦਾ ਬੇਟਾ ਰੋਹਿਤ ਆਰਮੀ ਦੇ ਵਿੱਚ ਸੀ ਅਤੇ ਉਹਨਾਂ ਦਾ ਸਵਿਮਿੰਗ ਦਾ ਟੈਸਟ ਹੋਣਾ ਸੀ, ਪਰ ਉਸ ਬ੍ਰਦਰ ਨੂੰ ਸਵਿਮਿੰਗ ਨਹੀਂ ਸੀ ਆਉਂਦੀ। ਉਹਨਾਂ ਦੇ ਮੰਮੀ ਨੇ ਵਿਸ਼ਵਾਸ ਦੇ ਨਾਲ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਪਰਮੇਸ਼ਰ ਨੇ ਉਹਨਾਂ ਦਾ ਵਸੀਲਾ ਕੀਤਾ। ਉਹਨਾਂ ਦੀ ਜਗ੍ਹਾ 'ਤੇ ਕੋਈ ਹੋਰ ਬੇਟਾ ਟੈਸਟ ਦੇਣ ਦੇ ਲਈ ਚਲਾ ਗਿਆ ਅਤੇ ਬ੍ਰਦਰ ਨੇ ਉਸ ਇੰਟਰਵਿਊ ਨੂੰ, ਉਸ ਟੈਸਟ ਨੂੰ, ਉਸ ਸਵਿਮਿੰਗ ਦੇ ਟੈਸਟ ਨੂੰ ਕਲੀਅਰ ਕਰ ਲਿਆ ਆ। ਔਰ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਔਰ ਦੂਸਰੀ ਗਵਾਹੀ ਸਿਸਟਰ ਮੇਨਕਾ ਦੀ ਆ, ਜਿਨ੍ਹਾਂ ਦੀ ਕੱਪੜੇ ਦੀ ਸ਼ਾਪ ਸੀ। ਸਿਸਟਰ ਦੱਸਦੇ ਨੇ ਕਿ ਉਹਨਾਂ ਦੀ ਦੁਕਾਨ ਦੇ ਉੱਤੇ 10,000 ਰੁਪਇਆ ਡੇਲੀ ਦੀ ਸੇਲ ਹੋ ਜਾਂਦੀ ਸੀ ਅਤੇ ਜਦੋਂ ਉਹਨਾਂ ਨੇ ਵਰਤ ਸਟਾਰਟ ਕੀਤੇ ਤਾਂ ਪਹਿਲੇ ਦਿਨ ਤੋਂ ਉਹਨਾਂ ਦੇ ਵਰਤ ਸਟਾਰਟ ਤੋਂ ਉਹਨਾਂ ਦੀ ਸੇਲ ਸਿਰਫ 4 ਤੋਂ 5,000 ਰੁਪਇਆ ਰਹਿ ਗਈ। ਔਰ ਉਹਨਾਂ ਦਾ ਬੇਟਾ, ਜੋ ਕਿ ਪਹਿਲਾਂ ਆਪਣੀ ਮਰਜ਼ੀ ਦੇ ਨਾਲ ਖੁਸ਼ ਹੋ ਕੇ ਸਕੂਲ ਜਾਂਦਾ ਸੀ, ਪਰ ਜਿਸ ਦਿਨ ਤੋਂ ਉਹਨਾਂ ਨੇ ਵਰਤ ਸ਼ੁਰੂ ਕੀਤੇ ਉਹਨਾਂ ਦਾ ਬੇਟਾ ਬਹੁਤ ਜ਼ਿਆਦਾ ਰੋਣ ਲੱਗਿਆ ਔਰ ਸਕੂਲ ਜਾਣ ਤੋਂ ਇਨਕਾਰ ਕਰਦਾ ਸੀ ਅਤੇ ਉਹ ਦੋਨੋਂ ਬਹੁਤ ਹੀ ਧੱਕੇ ਨਾਲ ਉਹਨਾਂ ਨੂੰ ਸਕੂਲ ਭੇਜਦੇ ਸਨ। ਪਰ ਸਿਸਟਰ ਦੱਸਦੇ ਨੇ ਕਿ ਸ਼ੈਤਾਨ ਦੀ ਇਹ ਚਾਲ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਚੱਲੀ। ਉਹਨਾਂ ਨੇ ਪੂਰਾ ਹਫ਼ਤਾ ਪੂਰੇ ਮਨ ਦੇ ਨਾਲ ਪ੍ਰਾਰਥਨਾ ਕੀਤੀ ਔਰ ਆਖਰੀ ਵਰਤ ਤੱਕ ਉਹਨਾਂ ਦੀ ਸੇਲ ਵੀ ਬਿਲਕੁਲ ਵੱਧ ਗਈ ਅਤੇ ਉਹਨਾਂ ਦਾ ਬੇਟਾ ਵੀ ਹੁਣ ਬਿਲਕੁਲ ਨਹੀਂ ਰੋਂਦਾ ਔਰ ਬੜੇ ਖੁਸ਼ੀ ਮਨ ਦੇ ਨਾਲ ਔਰ ਆਪਣੀ ਮਰਜ਼ੀ ਦੇ ਨਾਲ ਹੀ ਸਕੂਲ ਜਾਂਦਾ ਆ। ਔਰ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਅੱਜ ਆਪਾਂ ਪਰਮੇਸ਼ਰ ਦੇ ਵਚਨ 'ਚੋਂ ਜਾਣਾਂਗੇ ਕਿ ਪਾਪਾਂ ਦਾ ਪਛਤਾਪ, ਪਾਪਾਂ ਦੀ ਮਾਫੀ ਅਤੇ ਪਰਮੇਸ਼ਰ ਦੇ ਹੁਕਮ ਕੀ ਆ। ਤਾਂ ਉਹ ਜਾਣਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਵਚਨ 'ਚੋਂ ਪੜ੍ਹਾਂਗੇ ਪਹਿਲਾ ਯੋਹੰਨਾ ਉਹਦੇ 2 ਨੰਬਰ ਅਧਿਆਏ ਦੀ 1 ਤੋਂ ਲੈ ਕੇ 3 ਨੰਬਰ ਆਇ ਤੱਕ। ਹੇ ਮੇਰੇ ਬੱਚਿਓ, ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿ ਤੁਸੀਂ ਪਾਪ ਨਾ ਕਰੋ, ਅਤੇ ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ, ਅਰਥਾਤ ਯੀਸ਼ੂ ਮਸੀਹ, ਜਿਹੜਾ ਧਰਮੀ ਹੈ ਅਤੇ ਉਹ ਸਾਡੇ ਪਾਪਾਂ ਦਾ ਪ੍ਰਾਸ਼ਚਿਤ ਹੈ। ਪਰ ਸਿਰਫ ਸਾਡਾ ਹੀ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ। ਅਤੇ ਜੇ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੀਏ ਤਾਂ ਇਸ ਤੋਂ ਜਾਣਦੇ ਹਾਂ ਜੋ ਅਸੀਂ ਉਸ ਨੂੰ ਜਾਣਿਆ ਹੈ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸ ਰਿਹਾ? ਬਹੁਤ ਹੀ ਪਿਆਰ ਦੇ ਨਾਲ ਪਰਮੇਸ਼ਰ ਦਾ ਦਾਸ ਸਾਨੂੰ ਪੁਕਾਰ ਰਿਹਾ ਕਿ ਹੇ ਮੇਰੇ ਬੱਚਿਓ, ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ। ਮਤਲਬ ਉਹਨਾਂ ਨੇ ਸਾਨੂੰ ਰਿਸਪੈਕਟਫੁਲੀ, ਬਹੁਤ ਪਿਆਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਤੁਹਾਨੂੰ ਇਹ ਗੱਲਾਂ ਕਿਉਂ ਲਿਖਦਾ ਹਾਂ। ਕਹਿੰਦਾ ਤਾਂ ਕਿ ਤੁਸੀਂ ਪਾਪ ਨਾ ਕਰੋ। ਅਸੀਂ ਵਚਨ ਦੇ ਵਿੱਚੋਂ ਬਹੁਤ ਵਾਰ, ਅਨੇਕਾਂ ਹੀ ਵਾਰ, ਪਤਾ ਨਹੀਂ ਕਿੰਨੇ ਹੀ ਵਾਰ ਬਾਈਬਲ 'ਚ ਲਿਖਿਆ ਗਿਆ ਕਿ ਪਾਪ ਨਾ ਕਰੋ, ਪਾਪ ਦੀ ਸਜ਼ਾ ਕੀ ਆ, ਪਾਪ ਦਾ ਕਾਰਨ ਕੀ ਆ, ਪਾਪ ਤੋਂ ਸਾਨੂੰ ਕੀ ਨੁਕਸਾਨ ਹੋਣਗੇ, ਪਾਪ ਦੇ ਨਾਲ ਸਾਡਾ ਕੀ ਘਾਟਾ ਹੋਏਗਾ। ਅਤੇ ਅਸੀਂ ਉਹ ਵਚਨ ਨੂੰ ਪੜ੍ਹਦੇ ਤਾਂ ਹੈ ਪਰ ਅਸੀਂ ਫਿਰ ਵੀ ਪਾਪ 'ਚ ਡਿੱਗ ਜਾਂਦੇ ਹਾਂ। ਸਾਨੂੰ ਪਤਾ ਹੁੰਦਾ ਵੀ ਝੂਠ ਬੋਲਣਾ ਪਾਪ ਆ, ਫਿਰ ਵੀ ਅਸੀਂ ਬੋਲ ਦਿੰਦੇ ਹਾਂ। ਸਾਨੂੰ ਪਤਾ ਆ ਵੀ ਪਰਮੇਸ਼ਰ ਦੇ ਖਿਲਾਫ ਅਸੀਂ ਜਦੋਂ ਕੁੜਕੁੜਾਉਂਦੇ ਆ ਜਾਂ ਉਹਨੂੰ ਸਵਾਲ ਪੁੱਛਦੇ ਆ ਇਹ ਪਾਪ ਆ, ਤਾਂ ਅਸੀਂ ਫਿਰ ਵੀ ਉਹ ਕੰਮ ਕਰਦੇ ਹਾਂ। ਪਰ ਇਹ ਵਚਨ ਕਹਿ ਰਿਹਾ ਕਿ ਮੈਂ ਤੁਹਾਨੂੰ ਇਸ ਲਈ ਲਿਖਿਆ ਕਿ ਤੁਸੀਂ ਪਾਪ ਨਾ ਕਰੋ। ਕਹਿੰਦਾ ਮੈਂ ਤੁਹਾਨੂੰ ਦੱਸ ਦਿੱਤਾ ਵੀ ਪਾਪ ਨਹੀਂ ਕਰਨਾ। ਕਹਿੰਦਾ ਜਦੋਂ ਮੇਰੇ ਦੱਸਣ ਦੇ ਬਾਅਦ ਵੀ ਤੁਸੀਂ ਪਾਪ ਕਰਦੇ ਆ ਤਾਂ ਕਹਿੰਦਾ ਤੁਹਾਡੀ ਗਲਤੀ ਆ, ਕਿਉਂਕਿ ਮੈਂ ਜੋ ਲਿਖਿਆ ਉਹ ਇਸ ਲਈ ਲਿਖਿਆ ਤਾਂ ਕਿ ਤੁਸੀਂ ਪਾਪ ਨਾ ਕਰੋ। ਔਰ ਜਦੋਂ ਲਿਖਣ ਤੋਂ ਬਾਅਦ ਵੀ ਤੁਸੀਂ ਪਾਪ ਕਰ ਰਹੇ ਆ ਤਾਂ ਕਹਿੰਦਾ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਪਰਮੇਸ਼ਰ ਤੂੰ ਮੈਨੂੰ ਦੱਸਿਆ ਨਹੀਂ ਵੀ ਕਿਹੜੇ ਕੰਮ ਮੈਂ ਨਹੀਂ ਕਰਨੇ ਤੇ ਕਿਹੜੇ ਕਰਨੇ ਆ। ਸਾਨੂੰ ਪਵਿੱਤਰ ਗ੍ਰੰਥ ਬੜੇ ਸਾਫ਼ ਤੇ ਪਵਿੱਤਰ ਸ਼ਬਦਾਂ ਦੇ ਵਿੱਚ ਦੱਸਦਾ ਵੀ ਪਾਪ ਨਾ ਕਰੋ। ਹੁਣ ਪਾਪ ਕੀ ਆ?
ਪਾਪ ਕੋਈ ਅਨੋਖੀ ਐਕਟੀਵਿਟੀ ਨਹੀਂ ਹੈਗੀ ਵੀ ਜਿਹੜਾ ਕੋਈ ਕਰਦਾ ਤੇ ਸਾਨੂੰ ਤਾਂ ਪਾਪ ਬਾਰੇ ਪਤਾ ਹੀ ਨਹੀਂ ਵੀ ਆਖਰ ਕਿਹੜਾ ਕੰਮ ਪਾਪ ਆ। ਸਾਨੂੰ ਸਭ ਪਤਾ ਆ ਵੀ ਕਿਹੜੇ ਕੰਮ ਪਾਪ ਆ। ਚੋਰੀ ਕਰਨਾ ਪਾਪ ਆ, ਝੂਠ ਬੋਲਣਾ ਪਾਪ ਆ, ਵਿਚਾਰ ਕਰਨਾ, ਝੂਠੀ ਗਵਾਹੀ ਦੇਣਾ, ਚੁਗਲੀ ਕਰਨਾ, ਨਿੰਦਿਆ ਕਰਨਾ, ਗੰਦੇ ਸ਼ਬਦ ਮੂੰਹ ਚੋਂ ਕੱਢਣਾ, ਨਸ਼ਾ ਕਰਨਾ, ਵਿਚਾਰ ਦੇ ਵਿੱਚ ਕਿਸੇ ਔਰਤ ਕਿਸੇ ਮਰਦ ਦੇ ਨਾਲ ਗਲਤ ਸੰਬੰਧ ਬਣਾਉਣਾ, ਪਰਾਈ ਔਰਤ ਪਰਾਈ ਮਰਦ ਦਾ ਲਾਲਚ ਰੱਖਣਾ ਅਤੇ ਪਰਾਏ ਧਨ ਦੀ ਲਾਲਸਾ ਕਰਨੀ, ਵਿਅਰਥ ਦੇ ਵਹਿਮ ਭਰਮ 'ਚ ਪਏ ਰਹਿਣਾ, ਪਰਮੇਸ਼ਰ ਦੇ ਖਿਲਾਫ ਬੋਲਣਾ, ਪਰਮੇਸ਼ਰ ਦੇ ਨਾਮ ਨੂੰ ਵਿਅਰਥਾ ਯੂਜ਼ ਕਰਨਾ, ਪ੍ਰਭੂ ਦੇ ਹੁਕਮਾਂ ਵਿਧੀਆਂ ਨੂੰ ਤੋੜਨਾ, ਪਰਮੇਸ਼ਰ ਦੇ ਨਾਲ ਵਾਅਦੇ ਕਰਕੇ ਪਰ ਮੁੱਕਰ ਜਾਣਾ, ਪਰਮੇਸ਼ਰ ਦੇ ਨਾਮ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਹਿਣ ਦੇ ਲਈ ਕਰਨਾ ਪਰ ਪ੍ਰਭੂ ਵਾਲੇ ਕੰਮ ਨਹੀਂ ਕਰਨੇ। ਇਹ ਸਾਰੇ ਦੇ ਸਾਰੇ ਕੰਮ ਪਾਪ ਆ ਅਤੇ ਸਿਰਫ ਮੈਨੂੰ ਨਹੀਂ ਪਰ ਤੁਹਾਨੂੰ ਵੀ ਪਤਾ ਆ। ਜਿਹੜਾ ਪਾਪ ਕਰਦਾ ਉਸ ਹਰ ਇੱਕ ਭੈਣ ਭਾਈ ਨੂੰ ਪਤਾ ਵੀ ਕਿਹੜੇ ਕੰਮ ਪਾਪ ਆ ਅਤੇ ਸਾਨੂੰ ਉਹ ਕੰਮ ਕਰਨੇ ਚਾਹੀਦੇ ਕਿ ਨਹੀਂ। ਸਾਨੂੰ ਸਭ ਨੂੰ ਪਤਾ ਕਿ ਸਾਨੂੰ ਉਹ ਪਾਪ ਭਰੇ ਕੰਮ ਨਹੀਂ ਕਰਨੇ ਚਾਹੀਦੇ, ਪਰ ਫਿਰ ਵੀ ਅਸੀਂ ਕੀ ਕਰਦੇ ਆ, ਪਾਪ ਕਰ ਲੈਂਦੇ ਆ। ਸਾਡੇ ਤੋਂ ਪਾਪ ਹੋ ਜਾਂਦੇ ਆ, ਇਹ ਗੱਲ ਅਸੀਂ ਕਹਿ ਦਿੰਦੇ ਆ, ਪਰ ਅਸੀਂ ਪਾਪ ਕਰਦੇ ਆ ਜਾਣ ਬੁੱਝ ਕੇ। ਜਦੋਂ ਸਾਡੇ ਮਨ 'ਚ ਕੋਈ ਬੁਰਾ ਖਿਆਲ ਆਉਂਦਾ, ਸਾਡੇ ਮਨ 'ਚ ਇੱਕ ਪਾਸੇ ਚੰਗਾ ਖਿਆਲ ਵੀ ਜ਼ਰੂਰ ਆਉਂਦਾ ਕਿ ਇਹ ਕੰਮ ਨਾ ਕਰ, ਪਰ ਅਸੀਂ ਉਹ ਨਾ ਕਰਨ ਵਾਲੇ ਦੀ ਆਵਾਜ਼ ਨਹੀਂ ਸੁਣਦੇ। ਜਿਹੜਾ ਸਾਨੂੰ ਕਹਿ ਰਿਹਾ ਹੁੰਦਾ ਕਰ ਲਾ ਤਾਂ ਉਹਦੀ ਆਵਾਜ਼ ਅਸੀਂ ਸੁਣ ਲੈਂਦੇ ਹਾਂ। ਤਾਂ ਜੇ ਸਾਡੇ ਲਈ ਵਚਨ ਲਿਖਿਆ ਗਿਆ, ਅਗਰ ਕੋਈ ਸਾਨੂੰ ਵਚਨ ਖੋਲ ਕੇ ਦੱਸ ਰਿਹਾ, ਅਗਰ ਉਹ ਸਾਨੂੰ ਸਮਝਾ ਰਿਹਾ ਵੀ ਆਹ ਕੰਮ ਪਾਪ ਹੈ ਇਹਨੂੰ ਨਾ ਕਰੋ, ਜੇ ਅਸੀਂ ਉਹਨੂੰ ਸੁਣ ਕੇ ਵੀ ਅਣਸੁਣਿਆ ਕਰਦੇ ਹਾਂ ਤਾਂ ਉਹ ਅਸੀਂ ਕੀ ਕਰ ਰਹੇ ਹਾਂ, ਜਾਣ ਬੁੱਝ ਕੇ ਪਾਪ ਕਰ ਰਹੇ ਹਾਂ। ਈਵਨ ਪਾਪ ਨਹੀਂ, ਗੁਨਾਹ ਕਰ ਰਹੇ ਹਾਂ। ਔਰ ਪਾਪਾਂ ਦੀ ਮਾਫੀ ਤਾਂ ਲਿਖੀ ਆ ਪਰ ਗੁਨਾਹਾਂ ਦੀ ਮਾਫੀ ਨਹੀਂ ਲਿਖੀ। ਕਿਹਾ ਗਿਆ ਕਿ ਤੁਹਾਡੇ ਪਾਪ ਮਾਫ ਹੋ ਜਾਣਗੇ, ਪਰ ਇਹ ਕਿਹਾ ਗਿਆ ਕਿ ਜਿਹੜਾ ਪਾਪੀ ਪਾਪ ਤੋਂ ਮੁੜੇ। ਪਰ ਗੁਨਾਹ ਕੀ ਹੁੰਦਾ, ਜਾਣ ਬੁੱਝ ਕੇ ਕੀਤਾ ਗਿਆ। ਪਾਪ ਹੁੰਦਾ ਜਾਣੇ ਵਿੱਚ, ਕੁਝ ਕੁ ਜਾਣੇ 'ਚ ਤੇ ਜ਼ਿਆਦਾਤਰ ਅਣਜਾਣੇ ਵਿੱਚ, ਪਰ ਗੁਨਾਹ ਹੁੰਦਾ ਬਿਲਕੁਲ ਜਾਣੇ ਵਿੱਚ। ਸਾਨੂੰ ਪਤਾ ਵੀ ਗਾਲਾਂ ਨਹੀਂ ਕੱਢਣੀਆਂ ਅਸੀਂ ਫਿਰ ਵੀ ਕੱਢਦੇ ਹਾਂ, ਸਾਨੂੰ ਪਤਾ ਅਸੀਂ ਚਿੰਤਾ ਨਹੀਂ ਕਰਨੀ ਅਸੀਂ ਫਿਰ ਵੀ ਕਰਦੇ ਹਾਂ, ਸਾਨੂੰ ਪਤਾ ਅਸੀਂ ਨਸ਼ਾ ਨਹੀਂ ਕਰਨਾ ਅਸੀਂ ਫਿਰ ਵੀ ਕਰਦੇ ਹਾਂ। ਇਹਦਾ ਮਤਲਬ ਅਸੀਂ ਪਾਪ ਨਹੀਂ, ਅਸੀਂ ਗੁਨਾਹ ਕਰ ਰਹੇ ਹਾਂ। ਹਾਲੇਲੂਇਆ। ਯਾਰ ਕੀ ਕਹਿ ਰਿਹਾ, ਤੇ ਜੇ ਅਸੀਂ ਚਲੋ ਪਾਪ ਕਰ ਲਏ ਉਹਦੀ ਮਾਫੀ ਆ, ਪਰ ਜੇ ਅਸੀਂ ਗੁਨਾਹ ਕਰ ਲਏ ਉਹਦੀ ਮਾਫੀ ਨਹੀਂ। ਜੇ ਸਾਤੋਂ ਪਾਪ ਹੋ ਗਏ ਤਾਂ ਉਹਦੇ ਲਈ ਅਸੀਂ ਕੀ ਕਰਨਾ, ਕਹਿੰਦਾ ਯੀਸ਼ੂ ਸਾਡੇ ਪਿਤਾ ਕੋਲ ਇੱਕ ਸੱਚਾ ਸਹਾਇਕ ਆ, ਕਹਿੰਦਾ ਉਹ ਸੱਚਾ ਸਹਾਇਕ ਸਾਡੇ ਲਈ ਭੇਜਦਾ ਆ। ਕਹਿੰਦਾ ਅਰਥਾਤ ਯੀਸ਼ੂ ਮਸੀਹ ਜਿਹੜਾ ਧਰਮੀ ਆ ਉਹ ਸਾਡੇ ਸਾਰੇ ਪਾਪਾਂ ਦਾ ਪ੍ਰਾਸ਼ਚਿਤ ਆ। ਵੀ ਉਹਨੇ ਇੱਕ ਵਾਰ ਪ੍ਰਾਸ਼ਚਿਤ ਕਰ ਦਿੱਤਾ, ਉਹ ਸਾਡੇ ਪਾਪਾਂ ਦਾ ਪ੍ਰਾਸ਼ਚਿਤ ਆ, ਪਰ ਉਹ ਬਾਅਦ ਵਿੱਚ ਵੀ ਪਵਿੱਤਰ ਆਤਮਾ ਦੇ ਵਸੀਲੇ ਸਾਡੇ ਪਾਪਾਂ ਦੀ ਮਾਫੀ ਦੇ ਲਈ ਮਿਹਨਤ ਕਰਦਾ ਆ। ਕਹਿੰਦਾ ਆਤਮਾ ਖੁਦ ਹੱਦੋਂ ਬਾਹਰ ਹੋ ਕੇ ਹੌਂਕੇ ਭਰਦਾ ਤੇ ਸਾਡੇ ਲਈ ਸਿਫਾਰਿਸ਼ ਕਰਦਾ ਆ ਕਿ ਅਸੀਂ ਪਾਪਾਂ ਤੋਂ ਬਚਾ ਲਏ ਜਾਈਏ, ਅਸੀਂ ਨਰਕ ਵਿੱਚ ਨਾ ਸਿੱਟੇ ਜਾਈਏ, ਅਸੀਂ ਕਿਤੇ ਪਰਮੇਸ਼ਰ ਤੋਂ ਬੇਮੁਖ ਨਾ ਹੋ ਜਾਈਏ। ਇਸ ਕਰਕੇ ਪਹਿਲਾਂ ਲਿਖਿਆ ਗਿਆ, ਫਿਰ ਨਬੀਆਂ ਦੇ ਦੁਆਰਾ ਬੋਲਿਆ ਗਿਆ, ਫਿਰ ਦਾਸਾਂ ਦੇ ਦੁਆਰਾ ਸਮਝਾਇਆ ਗਿਆ, ਫਿਰ ਸਾਨੂੰ ਉਹ ਕੰਨਾਂ 'ਚ ਜਦੋਂ ਗੱਲ ਪੈ ਗਈ ਅਸੀਂ ਫਿਰ ਵੀ ਉਹ ਪਾਪ ਕੀਤੇ। ਇਹਦਾ ਮਤਲਬ ਉਹ ਪਾਪ ਨਹੀਂ, ਉਹ ਗੁਨਾਹ ਆ। ਤੇ ਜੇ ਅਸੀਂ ਕਹਿੰਦੇ ਵੀ ਅਸੀਂ ਪਹਿਲਾਂ ਪਰਮੇਸ਼ਰ 'ਚ ਨਹੀਂ ਸੀ, ਸਾਨੂੰ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ, ਸਾਡੇ ਤੋਂ ਹੋ ਗਿਆ, ਤਾਂ ਵਚਨ ਸਾਨੂੰ ਕੀ ਕਹਿੰਦਾ ਕਿ ਜੇ ਕੋਈ ਪਾਪ ਕਰੇ ਤਾਂ ਪਿਤਾ ਕੋਲ ਇੱਕ ਸਹਾਇਕ ਆ ਜਿਹੜਾ ਸਾਡੇ ਸਾਰੇ ਪਾਪਾਂ ਦਾ ਪ੍ਰਾਸ਼ਚਿਤ ਆ। ਅਤੇ ਕਹਿੰਦਾ ਸਿਰਫ ਸਾਡਾ ਹੀ ਨਹੀਂ ਸਗੋਂ ਸਾਰੇ ਸੰਸਾਰ ਦੇ ਪਾਪਾਂ ਦਾ, ਈਵਨ ਉਹਨਾਂ ਦਾ ਵੀ ਜਿਹੜੇ ਪਰਮੇਸ਼ਰ ਦੇ ਵਿੱਚ ਹੈ ਨਹੀਂ ਗੇ, ਜਿਹੜੇ ਪਰਮੇਸ਼ਰ ਤੋਂ ਬੇਮੁਖ ਆ, ਜਿਹੜੇ ਪ੍ਰਭੂ ਦੇ ਖਿਲਾਫ ਬੋਲਦੇ ਆ। ਕਹਿੰਦਾ ਪਾਪ ਕਿੱਡਾ ਵੀ ਘਿਨਾਉਣਾ ਹੋਵੇ, ਹਰ ਇੱਕ ਪਾਪ ਦਾ ਪਛਤਾਤਾਪ ਹੈਗਾ ਆ, ਹਰ ਇੱਕ ਪਾਪ ਦੀ ਮਾਫੀ ਹੈਗੀ ਆ, ਪਰ ਕਦੋਂ ਆ? ਕਹਿੰਦਾ ਜਦੋਂ ਅਸੀਂ ਉਹਦੇ ਹੁਕਮਾਂ ਤੇ ਉਹਦੇ ਵਿਧੀਆਂ ਦੀ ਪਾਲਣਾ ਕਰਦੇ ਆ। ਹਾਲੇਲੂਇਆ। ਸਿੰਪਲੀ ਗੱਲ ਆ, ਬਿਲਕੁਲ ਸਿੰਪਲ ਗੱਲ ਆ ਕਿ ਅਸੀਂ ਕੀ ਕਹਿੰਦੇ ਕਿ ਪਰਮੇਸ਼ਰ ਅਸੀਂ ਪਹਿਲਾਂ ਗੈਰ ਕੌਮਾਂ 'ਚ ਸੀ, ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ, ਹੁਣ ਚਲੋ ਤੁਸੀਂ ਸਾਨੂੰ ਦੱਸ ਤਾ ਅੱਗੇ ਤੋਂ ਨਹੀਂ ਕਰਾਂਗੇ। ਤਾਂ ਉਹਦੇ ਲਈ ਕੀ ਹੋਏਗਾ, ਅਸੀਂ ਪਛਤਾਤਾਪ ਕੀਤਾ ਤੇ ਉਸ ਤੋਂ ਬਾਅਦ ਅਸੀਂ ਪ੍ਰਭੂ ਦੇ ਹੁਕਮ ਅਤੇ ਵਿਧੀਆਂ ਨੂੰ ਸੁਣਿਆ, ਜਾਣਿਆ, ਸਮਝ ਲਿਆ ਵੀ ਹਾਂ ਭਾਈ ਆਹ ਕੰਮ ਕਰਨੇ ਪਾਪ ਆ ਤੇ ਆਹ ਕੰਮ ਕਰਨ ਦੇ ਨਾਲ ਸਾਨੂੰ ਆਸ਼ੀਸ਼ ਮਿਲੇਗੀ, ਤੇ ਅਸੀਂ ਉਹ ਕੰਮ ਜਿਹੜੇ ਆਸ਼ੀਸ਼ ਵਾਲੇ ਉਹ ਕਰਨ ਲੱਗ ਗਏ ਤੇ ਜਿਹੜੇ ਪਾਪ ਵਾਲੇ ਉਹ ਅਸੀਂ ਛੱਡ ਤੇ। ਤਾਂ ਅਸੀਂ ਜਾਣਿਆ ਵੀ ਅਸੀਂ ਪ੍ਰਭੂ ਦੇ ਹੁਕਮਾਂ ਦੀ ਪਾਲਣਾ ਕਰਦੇ ਆ ਤੇ ਹੁਣ ਅਸੀਂ ਉਹਨੂੰ ਮਹਿਸੂਸ ਵੀ ਕਰਦੇ ਆ ਆਪਣੇ ਅੰਦਰ, ਅਸੀਂ ਉਹਨੂੰ ਜਾਣਦੇ ਵੀ ਆ, ਉਹ ਸਾਡੇ ਵਿੱਚ ਵੀ ਰਹਿੰਦਾ ਆ, ਉਹ ਸਾਡੇ 'ਚ ਆਉਂਦਾ ਜਾਂਦਾ ਆ, ਉਹ ਸਾਨੂੰ ਛੂੰਹਦਾ ਆ, ਉਹ ਸਾਨੂੰ ਆਜ਼ਾਦ ਕਰਦਾ ਆ, ਉਹਦਾ ਭੈ ਸਾਡੇ ਅੰਦਰ ਬਣਿਆ ਆ। ਜਦੋਂ ਅਸੀਂ ਚੋਰੀ ਕਰਨ ਲੱਗਦੇ ਆ ਸਾਡੇ ਅੱਖਾਂ ਮੂਹਰੇ ਭੈ ਆ ਜਾਂਦਾ ਆ, ਜਦੋਂ ਅਸੀਂ ਝੂਠ ਬੋਲਣ ਲੱਗਦੇ ਸਾਡੇ ਅੱਖਾਂ ਮੂਹਰੇ ਪਰਮੇਸ਼ਰ ਦੇ ਵਚਨ ਆ ਜਾਂਦੇ ਤੇ ਅਸੀਂ ਉਹਦੇ ਤੋਂ ਟਲ ਜਾਂਦੇ ਆ। ਅਸਲੀ ਪਛਤਾਤਾਪ ਇਹੀ ਆ
कि भावें तुसीं किन्ने भी गहरे किन्ने भी लाल सूहे रंग के पाप कीते होण, परमेश्वर कहता मैं उन्होंने फिर तो सफ़ेद चिट्टे बर्फ वर्गे कर दांगा। तुहाडे आत्मा दे तुहाडे शरीर के वस्त्रां ते जिहड़े दाग लगे हुए ने उन्हां सारे दागां नूं मैं ला देवांगा ਅਤੇ ਕਹਿੰਦਾ मैं ਤੁਹਾਨੂੰ ਸਾਰੇ ਪਾਪਾਂ ਤੋਂ शुद्ध करके एक नवां जीवन देवांगा। ਅਤੇ उस नवे जीवन ਦੇ ਵਿੱਚ ਆਉਣ ਦਾ ਸਾਡਾ ਫਾਇਦਾ ਤਾਂ ਹੀ ਆ ਜੇ ਅਸੀਂ ਉਹਦੇ ਹੁਕਮਾਂ ਉਹਦੇ ਵਿਧੀਆਂ ਦੇ ਵਿੱਚ ਅੰਤ ਦੇ ਸਮੇਂ ਤੱਕ ਬਣੇ ਰਹੀਏ। ਜਿਹੜੇ ਪਾਪ ਸਾਡੇ ਤੋਂ ਹੋ ਗਏ ਸੀ ਉਹਨਾਂ ਪਾਪਾਂ ਨੂੰ ਅਸੀਂ ਛੱਡ ਦਈਏ। ਜਿਹੜੇ ਪਾਪਾਂ ਤੋਂ ਸਾਨੂੰ ਪਰਮੇਸ਼ਰ ਨੇ ਮਨਾ ਕੀਤਾ, ਜਿਹੜੇ ਪਾਪ ਕਰਨ ਤੋਂ ਸਾਨੂੰ ਰੋਕਿਆ ਗਿਆ, ਉਹ ਪਾਪ ਅੱਗੇ ਤੋਂ ਨਾ ਕਰੀਏ ਅਤੇ ਜੇ ਉਹਦੇ ਹੁਕਮ ਅਤੇ ਵਿਧੀਆਂ ਦੀ ਅਸੀਂ ਪਾਲਣਾ ਕਰਦੇ ਰਹੀਏ ਤਾਂ ਫਿਰ ਅਸੀਂ ਜਾਣਾਂਗੇ ਕਿ ਅਸੀਂ ਪਰਮੇਸ਼ਰ ਨੂੰ ਜਾਣਦੇ ਹਾਂ। ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਮਸੀਹ ਦੇ ਵਿੱਚ ਚੱਲਦੇ ਹਾਂ ਜੀ। ਇਹ ਗੱਲ ਮੈਂ ਸੁਣਨੀ ਉਦੋਂ ਸ਼ੁਰੂ ਕੀਤੀ ਜਦੋਂ ਤਾਂ ਮੈਂ ਪ੍ਰੇਅਰ ਲਾਈਨ ਨੰਬਰ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਮੈਂ ਕਦੇ ਸ਼ਬਦ ਦਾ ਯੂਜ਼ ਨਹੀਂ ਸੀ ਕੀਤਾ ਔਰ ਨਾ ਮੈਂ ਕਦੇ ਇਹ ਸ਼ਬਦ ਕਦੇ ਕਿਸ ਤੋਂ ਸੁਣਿਆ ਹੀ ਸੀ, ਕਿਉਂਕਿ ਮੈਂ ਬਹੁਤ ਘੱਟ ਦੁਨੀਆ 'ਚ ਨਿਕਲੀ ਹਾਂ, ਖਾਸ ਕਰਕੇ ਧਰਮੀਆਂ ਦੇ ਵਿੱਚ, ਕਿਉਂਕਿ ਮੈਨੂੰ ਚਰਚ ਜਾਣਾ ਬਹੁਤਾ ਪਸੰਦ ਨਹੀਂ ਸੀ। ਤਾਂ ਇਸ ਕਰਕੇ ਮੈਂ ਇਹ ਚੀਜ਼ ਕਦੇ ਸੁਣੀ ਨਹੀਂ ਸੀ। ਜਦੋਂ ਦਾ ਮੈਂ ਪ੍ਰੇਅਰ ਲਾਈਨ ਨੰਬਰ ਸ਼ੁਰੂ ਕੀਤਾ ਹਰ ਇੱਕ ਭੈਣ ਭਾਈ ਪਹਿਲਾਂ ਕਰੇਗਾ ਜਾਂ ਮਸੀਹ ਦੀ ਅਸੀਂ ਆਹ ਪ੍ਰੇਅਰ ਕਰਵਾਉਣੀ ਆ। ਵੈਸੇ ਅਸੀਂ ਜੀ ਪਰਮੇਸ਼ਰ ਦੇ ਵਿੱਚ ਚੱਲਦੇ ਹਾਂ, ਵੈਸੇ ਅਸੀਂ ਯਿਸੂ ਮਸੀਹ ਦੇ ਵਿੱਚ ਚੱਲਦੇ ਹਾਂ। ਇਹ ਗੱਲ ਬਹੁਤ ਸੁਣਨ ਨੂੰ ਮਿਲੀ ਆ। ਪਰ ਵਚਨ ਕਹਿੰਦਾ ਜਿਹੜਾ ਮੇਰੇ ਹੁਕਮਾਂ ਮੇਰੇ ਵਿਧੀਆਂ ਦੀ ਪਾਲਣਾ ਨਹੀਂ ਕਰਦਾ ਉਹ ਨਹੀਂ ਮੇਰੇ 'ਚ ਚੱਲਦਾ, ਪਰ ਜਿਹੜਾ ਮੇਰੇ ਹੁਕਮਾਂ ਮੇਰੇ ਵਿਧੀਆਂ ਦੀ ਪਾਲਣਾ ਕਰਦਾ ਉਹ ਮੇਰੇ 'ਚ ਚੱਲਦਾ ਆ। ਤੇ ਜਿਹਨੇ ਇੱਕ ਵਾਰੀ ਕਹਿਤਾ ਵੀ ਪ੍ਰਭੂ ਇੱਕ ਵਾਰੀ ਮੇਰੇ ਪਾਪ ਮਾਫ ਕਰ ਦੇ, ਦੁਬਾਰਾ ਨਹੀਂ ਕਰੂੰਗਾ, ਤੇ ਦੁਬਾਰਾ ਵੀ ਕਰ ਰਿਹਾ ਆ, ਇਹਦਾ ਮਤਲਬ ਉਹ ਪਰਮੇਸ਼ਰ ਨੂੰ ਨਹੀਂ ਆਪਣੇ ਆਪ ਨੂੰ ਧੋਖਾ ਦੇ ਰਿਹਾ ਕਿ ਉਹ ਪਰਮੇਸ਼ਰ ਦੇ ਹੁਕਮਾਂ ਪਰਮੇਸ਼ਰ ਦੇ ਵਿਧੀਆਂ ਦੇ ਵਿੱਚ ਚੱਲਦਾ ਆ। ਉਹ ਪਰਮੇਸ਼ਰ ਦੇ ਹੁਕਮਾਂ ਵਿਧੀਆਂ 'ਚ ਨਹੀਂ ਚੱਲਦਾ, ਉਹ ਸਿਰਫ ਆਪਣੀ ਮਰਜ਼ੀ ਅਨੁਸਾਰ ਚੱਲਦਾ। ਜਿੰਨਾ ਕੁ ਉਹਦਾ ਮਨ ਕਰਦਾ ਉਹ ਮੰਨ ਲੈਂਦਾ, ਜਿੱਦੇ ਉਹਦਾ ਦਿਲ ਨਹੀਂ ਕਰਦਾ ਉਹ ਛੱਡ ਦਿੰਦਾ ਆ। ਤਾਂ ਜਿਹੜੇ ਪਰਮੇਸ਼ਰ ਦੀ ਹੁਕਮਾਂ ਵਿਧੀਆਂ ਦੇ ਵਿੱਚ ਨਹੀਂ ਚੱਲਦੇ ਉਹਨਾਂ ਦੇ ਲਈ ਨੈਕਸਟ ਵਚਨ ਆ ਪਹਿਲਾ ਯੋਹੰਨਾ ਉਹਦੇ 2 ਨੰਬਰ ਅਧਿਆਇ ਦੀ 4 ਤੋਂ ਲੈ ਕੇ 6 ਨੰਬਰ ਆਇ ਤੱਕ। ਉਹ ਜਿਹੜਾ ਆਖਦਾ ਹੈ ਕਿ ਮੈਂ ਉਹਨੂੰ ਜਾਣਿਆ ਹੈ ਅਤੇ ਉਹਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਸੋ ਝੂਠਾ ਹੈ ਅਤੇ ਸੱਚਾਈ ਉਸ ਵਿੱਚ ਨਹੀਂ ਹੈ। ਪਰ ਜੇ ਕੋਈ ਉਹਦੇ ਵਚਨ ਦੀ ਪਾਲਣਾ ਕਰਦਾ ਹੋਵੇ ਉਸ ਵਿੱਚ ਪਰਮੇਸ਼ਰ ਦਾ ਪਿਆਰ ਸੱਚਮੁੱਚ ਸੰਪੂਰਨ ਹੋਇਆ ਹੈ। ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹਦੇ ਵਿੱਚ ਹਾਂ। ਉਹ ਜਿਹੜਾ ਆਖਦਾ ਹੈ ਕਿ ਮੈਂ ਉਸ ਵਿੱਚ ਕਾਇਮ ਰਹਿੰਦਾ ਹਾਂ ਤਾਂ ਚਾਹੀਦਾ ਹੈ ਕਿ ਜਿਵੇਂ ਯਿਸੂ ਚੱਲਦਾ ਸੀ ਉਹ ਆਪ ਵੀ ਚੱਲੇ। ਹਾਲੇਲੂਇਆ। ਹੁਣ ਜਿਹੜੇ ਕਹਿੰਦੇ ਕਿ ਮੈਂ ਯਿਸੂ ਦੇ ਵਿੱਚ ਚੱਲਦਾ ਆ, ਜੀ ਅਸੀਂ ਮਸੀਹ ਦੇ ਵਿੱਚ ਚੱਲਦੇ ਹਾਂ, ਤਾਂ ਅੱਜ ਉਹਨਾਂ ਦੇ ਲਈ ਇਹ ਆਖਰੀ ਲਾਈਨ ਬਹੁਤ ਜ਼ਰੂਰੀ ਆ ਕਿ ਜੇ ਤੁਸੀਂ ਆਪਣੇ ਮੂੰਹ ਇਹ ਗੱਲ ਅਸੈਪਟ ਕਰਦੇ ਆ ਜੀ ਅਸੀਂ ਮਸੀਹ ਦੇ ਵਿੱਚ ਚੱਲਦੇ ਹਾਂ, ਤਾਂ ਮਸੀਹ ਦੀ ਆਖਰੀ ਲਾਈਨ ਕੀ ਕਹਿ ਰਹੀ ਕਿ ਜਿਵੇਂ ਯਿਸੂ ਚੱਲਦਾ ਸੀ ਉਵੇਂ ਤੁਸੀਂ ਚੱਲੋ। ਹੁਣ ਅਸੀਂ ਸਾਰੇ ਜਾਣਦੇ ਆ ਵੀ ਯਿਸੂ ਕਿਵੇਂ ਚੱਲਦਾ ਸੀ। ਯਿਸੂ ਪਾਪ ਤੋਂ ਰਹਿਤ ਸੀ, ਯਿਸੂ ਵੈਰ ਤੋਂ ਰਹਿਤ ਸੀ, ਯਿਸੂ ਨਮਰਤਾ ਵਾਲਾ ਸੀ, ਆਨੰਦ ਵਾਲਾ ਸੀ, ਸ਼ਾਂਤੀ ਵਾਲਾ ਸੀ, ਦਇਆ ਵਾਲਾ ਸੀ, ਮਦਦ ਕਰਨ ਵਾਲਾ ਸੀ, ਸੇਵਾ ਕਰਨ ਵਾਲਾ ਸੀ, ਨੀਵਾਂ ਹੋਣ ਵਾਲਾ ਸੀ ਅਤੇ ਆਪਣੇ ਤੇ ਦੋਸ਼ ਸਹਿਣ ਵਾਲਾ ਸੀ, ਚੁੱਪ ਕਰਨ ਵਾਲਾ ਸੀ ਅਤੇ ਪਿਤਾ ਦੀ ਮਰਜ਼ੀ ਨੂੰ ਮੰਗਣ ਵਾਲਾ ਸੀ। ਨਾ ਅਸੀਂ ਚੁੱਪ ਰਹਿ ਸਕਦੇ ਹਾਂ, ਨਾ ਅਸੀਂ ਬਰਦਾਸ਼ਤ ਕਰ ਸਕਦੇ ਹਾਂ। ਸਾਡੇ ਤੇ ਕੋਈ ਦੋਸ਼ ਲਾਵੇ ਤਾਂ ਸਹੀ, ਅਸੀਂ ਉੱਤੇ 4 ਦੋਸ਼ ਲਾ ਦਾਂਗੇ। ਸਾਡੇ ਮੂੰਹ ਤੇ ਕੋਈ ਥੁੱਕ ਕੇ ਤਾਂ ਦਿਖਾਵੇ, ਅਸੀਂ ਉਹਦਾ ਗਲਾ ਹੀ ਨਾਲੋਂ ਨਾ ਲਾ ਕੇ ਰੱਖ ਦਈਏ। ਤਾਂ ਸਾਨੂੰ ਕੋਈ ਗੱਲ ਕਹਿ ਕੇ ਤਾਂ ਦਿਖਾਵੇ। ਇੱਕ ਪਾਸੇ ਅਸੀਂ ਕਹਿੰਦੇ ਅਸੀਂ ਮਸੀਹ ਦੇ ਵਿੱਚ ਚੱਲਦੇ ਹਾਂ, ਇੱਕ ਪਾਸੇ ਸਾਡਾ ਹੱਥ ਜ਼ਿਆਦਾ ਚੱਲਦਾ ਆ, ਸਾਡੀ ਜ਼ੁਬਾਨ ਜ਼ਿਆਦਾ ਚੱਲਦੀ ਆ। ਪਰਮੇਸ਼ਰ ਕਹਿੰਦਾ ਜਿਹੜਾ ਪਰਮੇਸ਼ਰ ਵਿੱਚ ਚੱਲਣਾ ਚਾਹੁੰਦਾ ਆ ਉਹ ਬੋਲਣ ਵਿੱਚ ਧੀਮਾ, ਕ੍ਰੋਧ ਵਿੱਚ ਧੀਮਾ ਅਤੇ ਸੁਣਨ ਦੇ ਵਿੱਚ ਕਾਹਲਾ ਹੋਵੇ। ਮਤਲਬ ਸੁਣਨਾ ਪਸੰਦ ਕਰੇ, ਬੋਲਣਾ ਨਹੀਂ, ਅਤੇ ਕ੍ਰੋਧ ਘੱਟ ਕਰੇ, ਕ੍ਰੋਧ ਦਿਖਾਉਣਾ ਨਹੀਂ। ਕਹਿੰਦਾ ਕਿਉਂਕਿ ਤੁਹਾਡਾ ਕ੍ਰੋਧ ਪਰਮੇਸ਼ਰ ਦੀ ਧਾਰਮਿਕਤਾ ਦੇ ਕੰਮ ਨਹੀਂ ਕਰਦਾ। ਤਾਂ ਵਚਨ ਨੇ ਜਦੋਂ ਸਾਨੂੰ ਦੱਸਤਾ ਵੀ ਤੁਹਾਡਾ ਜਿਹੜਾ ਕ੍ਰੋਧ ਆ ਉਹ ਧਾਰਮਿਕਤਾ ਦੇ ਕੰਮ ਨਹੀਂ ਕਰਦਾ, ਤੇ ਫਿਰ ਅਸੀਂ ਕ੍ਰੋਧ ਕਰਦੇ ਹਾਂ। ਕੀ ਯਿਸੂ ਨੇ ਕ੍ਰੋਧ ਕੀਤਾ ਸੀ? ਕੀ ਯਿਸੂ ਨੇ ਜਿਹੜੇ ਉਹਦੇ ਖਿਲਾਫ ਬੋਲਦੇ ਸੀ ਉਹਨਾਂ ਦੇ ਖਿਲਾਫ ਡੰਡਾ ਚੱਕਿਆ ਸੀ? ਅਸੀਂ ਤਾਂ ਕਹਿੰਦੇ ਵੀ ਕੋਈ ਕਵੇ ਤਾਂ ਸਹੀ, ਅਸੀਂ ਤਾਂ ਨਾਲ ਹੀ ਡਾਂਗ ਫੇਰ ਦੇਵਾਂਗੇ। ਸਾਡੀ ਕਿਸੇ ਨੂੰ ਕੋਈ ਇੱਕ ਗੱਲ ਕਹਿ ਦੇ ਇੰਨੀ ਹਿੰਮਤ, ਕੋਈ ਸਾਡੇ ਤੇ ਦੋਸ਼ ਲਗਾ ਜਾਵੇ, ਹੈ ਕਿਸੇ 'ਚ ਇੰਨੀ ਹਿੰਮਤ? ਕੋਈ ਮੈਨੂੰ ਇੱਕ ਦੀ ਥਾਂ ਤੇ 4 ਸੁਣਾ ਜਾਵੇ, ਮੈਂ ਉਹਨੂੰ 14 ਨਾ ਸੁਣਾ ਦੇਵਾਂ ਅੱਗੋਂ। ਤੇ ਹਜੇ ਅਸੀਂ ਕਹਿੰਦੇ ਵੀ ਅਸੀਂ ਮਸੀਹ ਦੇ ਵਿੱਚ ਚੱਲਦੇ ਹਾਂ। ਕਹਿੰਦਾ ਜਿਹੜਾ ਕਹਿੰਦਾ
ਵੀ ਮੈਂ ਮਸੀਹ 'ਚ ਚੱਲਦਾ ਆ, ਉਹ ਉਵੇਂ ਚੱਲੇ ਜਿਵੇਂ ਮਸੀਹ ਚੱਲਦਾ ਸੀ। ਕਹਿੰਦਾ ਜਿਵੇਂ ਯੀਸ਼ੂ ਚੱਲਦਾ ਸੀ, ਆਖਰੀ ਲਾਈਨ 'ਚ ਲਿਖਿਆ, ਉਹ ਆਪ ਵੀ ਉਵੇਂ ਹੀ ਚੱਲੇ। ਫਿਰ ਤਾਂ ਅਸੀਂ ਕਹੀਏ ਵੀ ਅਸੀਂ ਮਸੀਹ 'ਚ ਚੱਲਦੇ ਹਾਂ। ਯੀਸ਼ੂ ਨੇ ਕਿਸੇ ਤੋਂ ਪ੍ਰਾਰਥਨਾ ਨਹੀਂ ਸੀ ਕਰਵਾਈ, ਯੀਸ਼ੂ ਸਭ ਦੇ ਲਈ ਪ੍ਰਾਰਥਨਾ ਕਰਦਾ ਸੀ। ਯੀਸ਼ੂ ਨੇ ਕੋਹੜੀ ਤੋਂ, ਕਿਸੇ ਰੋਗੀ ਤੋਂ ਘਿਣ ਨਹੀਂ ਸੀ ਕੀਤੀ, ਅਸੀਂ ਘਿਣ ਕਰਦੇ ਹਾਂ। ਯੀਸ਼ੂ ਨੇ ਦੂਜਿਆਂ ਦੇ ਮਾਤਾ ਪਿਤਾ ਦਾ ਵੀ ਆਦਰ ਮਾਣ ਸਤਿਕਾਰ ਕੀਤਾ। ਸਾਥੋਂ ਸਾਡੇ ਆਪਦੇ ਹੀ ਖੁਸ਼ ਨਹੀਂ ਹੈਗੇ। ਅਸੀਂ ਯੀਸ਼ੂ ਨੇ ਬਹੁਤੀਆਂ ਕੌਮਾਂ 'ਚ ਜਾ ਕੇ ਤੇ ਸਾਰਿਆਂ ਨੂੰ ਆਪਣੇ ਭੈਣ ਭਾਈ ਬਣਾਇਆ, ਤੇ ਸਾਡੇ ਆਪਦੇ ਭੈਣ ਭਾਈ ਸਾਡੇ ਦੁਸ਼ਮਣ ਵੈਰੀ ਆ, ਸਾਨੂੰ ਨਹੀਂ ਚਾਹੀਦੇ। ਤਾਂ ਕੀ ਅਸੀਂ ਕਹਿ ਸਕਦੇ ਵੀ ਹਾਂ ਅਸੀਂ ਸੱਚਮੁੱਚ ਯੀਸ਼ੂ ਦੇ ਵਿੱਚ ਚੱਲਦੇ ਹਾਂ? 4 ਨੰਬਰ ਆਇਤ 'ਚ ਕੀ ਲਿਖਿਆ? ਕਹਿੰਦਾ ਜਿਹੜਾ ਆਖਦਾ ਕਿ ਮੈਂ ਉਹਨੂੰ ਜਾਣਿਆ ਤੇ ਉਹਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ, ਉਹ ਕੀ ਆ? ਝੂਠਾ ਆ। ਜਿਹੜਾ ਕਹਿੰਦਾ ਵੀ ਮੈਂ ਯੀਸ਼ੂ ਨੂੰ ਜਾਣਦਾ ਆ, ਮੈਂ ਯੀਸ਼ੂ ਦੇ ਵਿੱਚ ਚੱਲਦਾ ਆ, ਤੇ ਉਹਨੂੰ ਇਹ ਨਹੀਂ ਪਤਾ ਯੀਸ਼ੂ ਨੇ ਹੁਕਮ ਕਿਹੜੇ ਦਿੱਤੇ ਸੀ। ਪਾਲਣਾ ਤਾਂ ਬਾਅਦ 'ਚ ਕਰੂਗਾ, ਪਹਿਲਾਂ ਉਹਨੂੰ ਇਹ ਹੀ ਨਹੀਂ ਪਤਾ ਵੀ ਹੁਕਮ ਕਿਹੜੇ ਦਿੱਤੇ ਸੀ। ਹੁਣ ਹਜੇ ਕੱਲ੍ਹ ਹੀ ਆਪਾਂ ਹੁਕਮਾਂ ਦੀ ਗੱਲ ਕੀਤੀ, ਪਰ ਅੱਜ ਵੀ ਸਾਰਿਆਂ ਨੂੰ ਯਾਦ ਨਹੀਂ ਉਹ ਹੋਣੇ ਹੁਕਮ ਵੀ ਸਾਰੇ ਹੁਕਮ ਕਿਹੜੇ ਸੀ। ਕੋਈ ਕਿਸੇ ਨੂੰ 1 ਯਾਦ ਹੋਏਗਾ, ਕਿਸੇ ਨੂੰ 2 ਯਾਦ ਹੋਣਗੇ, ਕਿਸੇ ਨੂੰ 4 ਯਾਦ ਹੋਣਗੇ, ਪਰ ਸਾਰੇ ਨਹੀਂ। ਕਹਿੰਦਾ ਜਿਹੜਾ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਕਿ ਉਹ ਝੂਠਾ ਆ, ਔਰ ਕੀ ਕਹਿੰਦਾ ਸੱਚਾਈ ਉਹਦੇ ਵਿੱਚ ਨਹੀਂ ਆ। ਔਰ ਜਿਹਦੇ ਵਿੱਚ ਸੱਚਾਈ ਨਹੀਂ ਆ, ਉਹ ਪਰਮੇਸ਼ਰ ਦਾ ਕਿਵੇਂ ਹੋ ਸਕਦਾ? ਉਹ ਕਿਵੇਂ ਕਹਿ ਸਕਦਾ ਮੈਂ ਮਸੀਹ 'ਚ ਚੱਲਦਾ? ਕਿਉਂਕਿ ਮਸੀਹ ਤਾਂ ਸਿਰ ਤੋਂ ਪੈਰਾਂ ਤੱਕ ਸੱਚਾਈ ਸੀ। ਉਹਨੇ ਕੀ ਕਿਹਾ ਸੀ? ਰਾਹ, ਸੱਚਾਈ ਅਤੇ ਜੀਵਨ ਮੈਂ ਹਾਂ। ਤੇ ਯੀਸ਼ੂ ਤਾਂ ਸੱਚਾਈ ਸੀ, ਤੇ ਸਾਡੇ ਵਿੱਚ ਸੱਚਾਈ ਹੈ ਨਹੀਂ ਗੀ, ਕਿਉਂਕਿ ਅਸੀਂ ਆਪਦੀ ਗਲਤੀ ਅਸੈਪਟ ਨਹੀਂ ਕਰਦੇ, ਅਸੀਂ ਛੁਪਾਉਂਦੇ ਹਾਂ। ਪਰਮੇਸ਼ਰ ਕਹਿੰਦਾ ਜੇ ਕੋਈ ਆਪਣੇ ਪਾਪਾਂ ਦਾ ਇਕਰਾਰ ਕਰੇ ਤਾਂ ਯਹੋਵਾ ਵਫਾਦਾਰ ਤੇ ਧਰਮੀ ਉਹਨੂੰ ਮਾਫ ਕਰੇਗਾ। ਮਾਫ ਤਾਂ ਯਹੋਵਾ ਤਾਂ ਕਰੇਗਾ ਨਾ ਜੇ ਅਸੀਂ ਕਹੀਏ ਵੀ ਅਸੀਂ ਪਾਪ ਕੀਤੇ। ਅਸੀਂ ਆਪਣੇ ਆਪ ਨੂੰ ਫਰਿਸ਼ਤਾ ਸਮਝਦੇ ਹਾਂ। ਅਸੀਂ ਕਹਿੰਦੇ ਵੀ ਅਸੀਂ ਕਿਸੇ ਦਾ ਮਾੜਾ ਕੀਤਾ ਨਹੀਂ, ਸਾਡੇ ਨਾਲ ਕਿਵੇਂ ਮਾੜਾ ਹੋ ਗਿਆ। ਅਸੀਂ ਕਦੇ ਕਿਸੇ ਨੂੰ ਗਲਤ ਕਿਹਾ ਨਹੀਂ, ਸਾਨੂੰ ਲੋਕੀ ਕਿਉਂ ਕਹਿੰਦੇ ਆ। ਅੱਜ ਤੱਕ ਅਸੀਂ ਤਾਂ ਕਿਸੇ ਤੇ ਦੋਸ਼ ਲਗਾਏ ਨਹੀਂ, ਸਾਡੇ ਪਿੱਛੇ ਪਤਾ ਨਹੀਂ ਲੋਕ ਕਿਉਂ ਪਏ ਰਹਿੰਦੇ ਆ। ਕੀ ਅਸੀਂ ਆਪਣੇ ਆਪ ਨੂੰ ਫਰਿਸ਼ਤਾ ਸਮਝਦੇ ਹਾਂ? ਤਾਂ ਜਿਹੜੇ ਸਮਝਦੇ ਆ ਉਹਨਾਂ ਨੂੰ ਇੱਕ ਗੱਲ ਯਾਦ ਕਰਾ ਦਈਏ ਕਿ ਜਦੋਂ ਲੂਸੀਫਰ ਪਰਮੇਸ਼ਰ ਦੇ ਵਿਰੁੱਧ ਖੜਾ ਹੋ ਗਿਆ ਸੀ, ਤਾਂ ਬਹੁਤ ਸਾਰੇ ਫਰਿਸ਼ਤੇ ਵੀ ਪ੍ਰਭੂ ਦੇ ਵਿਰੁੱਧ ਖੜੇ ਹੋ ਗਏ ਸੀ। ਤਾਂ ਫਰਿਸ਼ਤੇ ਵੀ ਪਾਪ ਕਰ ਗਏ ਤੇ ਦੂਤ ਵੀ ਪਾਪ ਕਰ ਗਏ, ਤੇ ਅਸੀਂ ਤਾਂ ਹੈਗੇ ਹੀ ਪਾਪੀ ਇਨਸਾਨ ਆ ਜਿਨ੍ਹਾਂ ਨੂੰ ਗਰਭ ਤੋਂ ਹੀ ਪਾਪ ਮਿਲਿਆ ਆ। ਆਦਮ ਅਤੇ ਹਵਾ ਨੇ ਗਰਭਤਾ ਦੇ ਵਿੱਚ ਹੀ ਸਾਨੂੰ ਪਾਪ ਦੇ ਵਿੱਚ ਪਾਤਾ, ਤੇ ਅਸੀਂ ਕਿੱਦਾਂ ਕਹਿ ਸਕਦੇ ਵੀ ਅਸੀਂ ਕਦੇ ਪਾਪ ਹੀ ਨਹੀਂ ਕੀਤਾ? ਬੇਸ਼ੱਕ ਇਹ ਕਹਿ ਦੋ ਵੀ ਅਸੀਂ ਮਸੀਹ ਦੇ ਨਾਲ ਵਚਨਾਂ ਨੂੰ ਸੁਣਦੇ ਹਾਂ, ਜਾਂ ਮਸੀਹ ਦੀਆਂ ਗੱਲਾਂ ਨੂੰ ਸੁਣਦੇ ਹਾਂ, ਜਾਂ ਮਸੀਹ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਨਹੀਂ ਕਹਿ ਸਕਦੇ ਵੀ ਅਸੀਂ ਚੱਲਦੇ ਹਾਂ। ਮੈਂ ਖੁਦ ਨਹੀਂ ਕਹਿ ਸਕਦੀ ਕਿ ਪਰਮੇਸ਼ਰ ਮੈਂ ਤੇਰੇ 'ਚ 100% ਖਰੀ ਚੱਲਦੀ ਹਾਂ, ਕਿਉਂਕਿ ਮੈਨੂੰ ਪਤਾ ਮੈਂ ਪਾਪੀ ਇਨਸਾਨ ਹਾਂ, ਮੇਰੇ ਤੋਂ ਗਲਤੀਆਂ ਗੁਨਾਹ ਹੋ ਜਾਂਦੇ ਆ। ਅਗਰ ਇੱਕ ਪਰਸਨ ਕਵੇ ਵੀ ਮੈਂ ਕੋਈ ਪਾਪ ਨਹੀਂ ਕੀਤਾ, ਉਹ ਝੂਠਾ ਆ। ਅਗਰ ਉਹ ਕਵੇ ਕਿ ਮੈਂ ਪਰਮੇਸ਼ਰ ਤੇਰੇ ਨਾਮ 'ਚ ਬਿਲਕੁਲ ਖਰਾ ਚੱਲਦਾ, ਤਾਂ ਉਹ ਝੂਠਾ ਆ। ਅਗਰ ਇੱਕ ਪਰਸਨ ਕਹਿੰਦਾ ਵੀ ਮੈਂ ਪਰਮੇਸ਼ਰ ਤੈਨੂੰ ਬਹੁਤ ਪਿਆਰ ਕਰਦਾ, ਪਰ ਪ੍ਰਭੂ ਦੇ ਵਚਨ ਉਹਦੇ ਅੰਦਰ ਹੈ ਹੀ ਨਹੀਂ, ਉਹਨੇ ਹੁਕਮਾਂ ਦੀ ਪਾਲਣਾ ਕੀਤੀ ਨਹੀਂ। ਜੇ ਕੋਈ ਪਰਸਨ ਕਹਿੰਦਾ ਪ੍ਰਭੂ ਮੈਂ ਕੋਈ ਪਾਪ ਕਰਦਾ ਹੀ ਨਹੀਂ, ਇਹਦਾ ਮਤਲਬ ਇਹ ਸਿਰਫ ਦਾ ਸਿਰਫ ਝੂਠਾ ਆ। ਝੂਠ ਬੋਲ ਰਿਹਾ ਉਹ ਇਨਸਾਨ ਜਿਹੜਾ ਕਹਿ ਰਿਹਾ ਕਿ ਪਰਮੇਸ਼ਰ ਮੈਂ ਤੈਨੂੰ ਜਾਣਦਾ, ਕਿਉਂਕਿ ਜੇ ਉਹਨੇ ਜਾਣਿਆ ਹੁੰਦਾ ਤਾਂ ਉਹਦੇ ਹੁਕਮਾਂ ਦੀ ਪਾਲਣਾ ਵੀ ਜ਼ਰੂਰ ਕਰਦਾ। ਔਰ ਕੱਲ੍ਹ ਅਸੀਂ ਜਾਣੇ ਸੀ ਕਿ ਹੁਕਮ ਕੋਈ ਬਹੁਤੇ ਔਖੇ ਨਹੀਂ ਆ ਜਿਹੜੇ ਸਾਤੋਂ ਮੰਨੇ ਨਾ ਜਾਣ, ਬੜੀਆਂ ਆਮ ਜੀਆਂ ਗੱਲਾਂ ਆ। ਔਰ ਇਹ ਹੁਕਮ ਹਰ ਇੱਕ ਮਾਂ-ਬਾਪ ਚਾਹੁੰਦਾ ਕਿ ਸਾਡਾ ਬੱਚਾ ਮੰਨੇ, ਪਰ ਉਹ ਮਾਂ-ਬਾਪ ਆਪ ਨਹੀਂ ਮੰਨਣਾ ਚਾਹੁੰਦਾ। ਇੱਕ ਮਾਂ-ਬਾਪ ਕਹਿੰਦਾ ਕਿ ਮੇਰਾ ਬੱਚਾ ਹਮੇਸ਼ਾ ਮੇਰੇ ਅਧੀਨ ਹੋਵੇ, ਜੋ ਮੈਂ ਕਹਿਣਾ ਉਹ ਕਰੀਏ, ਪਰ ਉਹ ਮਾਂ-ਬਾਪ ਆਪਣੇ ਯੀਸ਼ੂ ਪਿਤਾ ਦੇ ਅਧੀਨ ਨਹੀਂ ਹੋਣਾ ਚਾਹੁੰਦਾ। ਉਹ ਕਹਿੰਦਾ ਵੀ ਯੀਸ਼ੂ ਜੋ ਕਹਿੰਦਾ ਕਹੀ ਜਾਵੇ, ਮੈਂ ਤਾਂ ਆਪਦੀ ਮਰਜ਼ੀ ਕਰਾਂਗਾ। ਤੇ ਜਦੋਂ ਤੁਸੀਂ ਇੱਕ ਚੰਗੇ ਹੋ ਕੇ, ਮੈਚਿਓਰ ਹੋ ਕੇ, ਵੱਡੇ ਹੋ ਕੇ, ਸਮਝਦਾਰ ਹੋ ਕੇ ਨਾ ਸਮਝੀ ਦੀਆਂ ਗੱਲਾਂ ਕਰਦੇ, ਤਾਂ ਬੱਚਾ ਤਾਂ ਹੈ ਹੀ ਨਾ ਸਮਝ। ਅਗਰ ਉਹ ਤੁਹਾਡੀ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ, ਫਿਰ ਤੁਸੀਂ ਕਿਵੇਂ ਝੱਟ ਦੇ ਨੇ ਥੱਪੜ ਚੱਕ ਲੈਣੇ ਤੇ ਉਹਨੂੰ ਸਮਝਾਉਣੇ ਵੀ ਤੈਨੂੰ ਅਕਲ ਨਹੀਂ, ਤੂੰ ਆਪਣੇ ਬਾਪ ਦੇ ਨਾਲ ਕਿੱਦਾਂ ਗੱਲ ਕਰਨੀ। ਕਿ ਸਾਨੂੰ ਅਕਲ ਹੈ ਸੀ ਆਪਣੇ ਬਾਪ ਦੇ ਨਾਲ ਕਿੱਦਾਂ ਰਹਿਣਾ ਆ। ਜਿੱਦਾਂ ਉਸ ਵੇਸਵਾ ਔਰਤ ਤੇ ਲੋਕ ਪਥਰਾਵ ਕਰਨ ਲੱਗੇ ਸੀ, ਤਾਂ ਯੀਸ਼ੂ ਨੇ ਉਹਨੂੰ ਕਿਹਾ ਵੀ ਉਹੀ ਮਾਰੇ ਜਿਹੜਾ ਦੋਸ਼ੀ ਨਹੀਂ ਹੈਗਾ, ਜਿਹਨੇ ਕੋਈ ਪਾਪ ਨਹੀਂ ਕੀਤਾ। ਤਾਂ ਕੋਈ ਵੀ ਨਹੀਂ ਮਾਰ ਪਾਇਆ ਸੀ। ਤਾਂ ਆਪਣਾ ਜਿਨ੍ਹਾਂ ਦਾ ਬੱਚਾ ਉਹਨਾਂ ਦੀ ਗੱਲ ਨਹੀਂ ਮੰਨਦਾ, ਤਾਂ ਉਹੀ ਮਾਂ-ਬਾਪ ਉਸ ਬੱਚੇ ਤੇ ਹੱਥ ਚੱਕੇ ਜਿਹੜਾ ਆਪਣੇ ਯੀਸ਼ੂ ਪਿਤਾ ਦੀਆਂ ਸਾਰੀਆਂ ਗੱਲਾਂ ਮੰਨਦਾ। ਤਾਂ ਉੱਥੇ ਸਾਡੇ ਸਭ ਦੇ ਹੱਥ ਰਹਿ ਜਾਣਗੇ ਥੱਲੇ, ਕਿਉਂਕਿ ਸਾਨੂੰ ਪਤਾ ਵੀ ਅਸੀਂ ਯੀਸ਼ੂ ਪਿਤਾ ਦੀਆਂ ਸਾਰੀਆਂ ਤੱਕ ਹੀ ਇੱਕ ਗੱਲ ਵੀ ਨਹੀਂ ਮੰਨੀ, ਔਰ ਮੰਨਾਂਗੇ ਤਾਂ ਬਾਅਦ 'ਚ ਸਾਨੂੰ ਯਾਦ ਵੀ ਨਹੀਂ ਵੀ ਉਹਨੇ ਸਾਨੂੰ ਕਿਹਾ ਕੀ ਆ।
इसलिए पहला खुद दी परख करो, जांच करो, अपने आप नूं बदल लो, अपने आप नूं संसार विच ते परमेश्वर दी निगाह दे विच झूठे ना ठहराओ, क्योंकि साडे च सच्चाई दा होना जरूरी है, क्योंकि राह सच्चाई ते जीवन यीशु आ। ते जे साडे च सच्चाई है नहीं, इहदा मतलब साडे विच यीशु भी है नहीं गा। कहदा पर जे कोई उहदे वचन दी पालना करदा ते उस विच परमेश्वर दा प्रेम सचमुच संपूर्ण आ। जे कोई पालना करदा उहदे नाल आ परमेश्वर, वो भी संपूर्ण तरीके दे नाल। जिहड़ा पालना नहीं करदा वो झूठा आ ते सच्चाई उहदे च है नहीं, ते सच्चाई यीशु आ, ते इहदा मतलब यीशु उहदे विच नहीं हैगा। कहंदा इस तो असीं जाणीए कि वो सचमुच उहदे विच रहिंदा आ, जिहड़ा उहदे हुकमां दी पालना करदा आ। जिहड़ा एक बच्चा अपने माँ बाप दी आग्या दा पालन करदा, वो की कहंदे कि हाँ साडा बच्चा साडे कहणे च आ, ते अज असीं सारे ही अपने पिता दे कहणे तो बाहर आ। अज असीं सारे ही अपने स्वर्गी पिता दे कहणे तो बाहर आ। जिहड़ा कहना वो सानूं कह के गया, ਉਹਦੇ ਵਿੱਚੋਂ ਅਸੀਂ ਇੱਕ ਵੀ ਗੱਲ नहीं ਮੰਨਦੇ, पर ਸਾਨੂੰ ਚਾਹੀਦਾ कि ਅਸੀਂ ਉਹਨਾਂ ਸਾਰੀਆਂ ਗੱਲਾਂ ਨੂੰ ਮੰਨੀਏ, क्योंकि ਉਹ ਸਾਰੀਆਂ ਗੱਲਾਂ ਸਾਡੇ ਹੀ ਜੀਵਨ ਨੂੰ ਸਿੱਧ ਕਰਨ ਵਾਲੀਆਂ ਆ, ਸਾਨੂੰ ਹੀ ਸੰਪੂਰਨ ਕਰਨ ਵਾਲੀਆਂ ਆ, ਸਾਡੀਆਂ ਹੀ ਕਮੀਆਂ ਨੂੰ ਦੂਰ ਕਰਨ ਵਾਲੀਆਂ ਆ, ਸਾਨੂੰ ਹੀ ਪਾਪਾਂ ਤੋਂ ਆਜ਼ਾਦ ਕਰਨ ਵਾਲੀਆਂ ਆ। ਹਾਲੇਲੂਇਆ। ਅੱਜ ਦੇ ਦਿਨ ਦੇ ਵਿੱਚ ਦੋ ਜ਼ਰੂਰੀ ਸੂਚਨਾਵਾਂ। ਬਹੁਤ ਸਾਰੇ ਭੈਣਾਂ ਭਾਈਆਂ ਨੂੰ ਰਾਤ ਦੇ ਸਮੇਂ ਜੋ 9:30 ਵਜੇ ਪ੍ਰੇਅਰ ਆਉਂਦੀ ਆ, ਉਹ ਚੈਨਲ ਲੱਭਣ ਦੇ ਵਿੱਚ ਮੁਸ਼ਕਿਲ ਆਉਂਦੀ ਆ, ਤਾਂ ਸਕਰੀਨ ਦੇ ਉੱਤੇ ਤੁਸੀਂ ਚੈਨਲ ਦਾ ਨਾਮ ਦੇਖ ਸਕਦੇ ਹੋ, ਜੀਸਸ ਗ੍ਰੇਸ ਐਂਡ ਹੀਲਿੰਗ ਮਿਨਿਸਟਰੀ ਬ੍ਰਾਂਚ 2 ਮੁਕਤਸਰ। ਇਸ ਨੂੰ ਤੁਸੀਂ ਲਿਖ ਕੇ ਸਰਚ ਕਰ ਸਕਦੇ ਹੋ ਜਾਂ ਬੋਲ ਕੇ ਸਰਚ ਕਰ ਸਕਦੇ ਹੋ। ਤਾਂ ਹਰ ਰੋਜ਼ 9:30 ਵਜੇ ਇਸ ਚੈਨਲ ਦੇ ਉੱਤੇ ਪ੍ਰਾਰਥਨਾ ਆਇਆ ਕਰੇਗੀ, ਰਾਤ ਨੂੰ ਸੌਣ ਤੋਂ ਪਹਿਲਾਂ ਦੀ ਪ੍ਰਾਰਥਨਾ। ਔਰ ਦੂਜੀ ਆਪਣੇ ਲਈ ਗੁੱਡ ਨਿਊਜ਼ ਆ, ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇੱਕ ਹੋਰ ਸਿਸਟਰ ਰੈਡੀ ਹੋ ਗਏ ਨੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਨ ਦੇ ਲਈ। ਤਾਂ ਆਪਾਂ ਜੋ ਦੁਪਹਿਰ ਦਾ ਅਤੇ ਰਾਤ ਦਾ ਵਚਨ ਪਹਿਲਾਂ ਲਿਖ ਕੇ ਪਾਉਂਦੇ ਸੀ, ਬਹੁਤ ਸਾਰੇ ਭੈਣਾਂ ਭਾਈਆਂ ਨੂੰ ਲਿਖਿਆ ਸੀ ਜੋ ਪੜ੍ਹ ਨਹੀਂ ਸਨ ਪਾਉਂਦੇ, ਕਿਉਂਕਿ ਉਹ ਪੜ੍ਹੇ ਲਿਖੇ ਨਹੀਂ ਸੀਗੇ। ਤਾਂ ਅੱਜ ਤੋਂ ਆਪਾਂ ਉਹ ਵਚਨ ਬੋਲ ਕੇ ਪਾਵਾਂ ਕਰਾਂਗੇ। ਈਵਨ ਕਿ ਕੱਲ੍ਹ ਰਾਤ ਦਾ ਵਚਨ ਵੀ ਬੋਲ ਕੇ ਪਾਇਆ ਗਿਆ ਆ, ਤਾਂ ਹੁਣ ਤੋਂ ਉਹ ਵਚਨ ਬੋਲ ਕੇ ਪਾਇਆ ਜਾਇਆ ਕਰੇਗਾ, ਤਾਂ ਕਿ ਜੋ ਨਹੀਂ ਵੀ ਪੜ੍ਹੇ ਲਿਖੇ ਹੈਗੇ, ਜੋ ਨਹੀਂ ਪੜ੍ਹ ਸਕਦੇ, ਉਹ ਸੁਣ ਸਕਦੇ ਨੇ। ਈਵਨ ਅੱਜ ਦੁਪਹਿਰ ਦਾ ਵੀ ਵਚਨ ਹੁਣ ਤੋਂ ਜੋ ਵੀ ਵਚਨ ਪਾਇਆ ਜਾਇਆ ਕਰੇਗਾ, ਦੁਪਹਿਰ ਦਾ ਅਤੇ ਰਾਤ ਦਾ ਵਚਨ ਬੋਲ ਕੇ ਪਾਇਆ ਜਾਇਆ ਕਰੇਗਾ, ਤਾਂ ਕਿ ਤੁਸੀਂ ਉਹਨੂੰ ਸੁਣ ਸਕੋ। ਤਾਂ ਆਓ ਦੇ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ, ਸੈਨਾ ਦੇ ਪ੍ਰਭੂ ਯਹੋਵਾ, ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਪਿਤਾ ਪਰਮੇਸ਼ਰ, ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੋਏ ਪ੍ਰਭੂ ਜੀ, ਅੱਜ ਦੀ ਸਵੇਰ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾਵੰਦ। ਸੱਚਮੁੱਚ ਤੁਸੀਂ ਰਾਤ ਭਰ ਸਾਨੂੰ ਸੰਭਾਲ ਕੇ ਰੱਖਿਆ, ਮਿੱਟੀ ਪਿਆਰੀ ਨੀਂਦ ਦਿੱਤੀ ਖੁਦਾਵੰਦ। ਅੱਜ ਦੇ ਦਿਨ ਦੀਆਂ ਸਾਰੀਆਂ ਬਰਕਤਾਂ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਪਿਤਾ ਪਰਮੇਸ਼ਰ। ਅੱਜ ਦੇ ਦਿੱਤੇ ਅਨਮੋਲ ਸਾਹਾਂ ਦੇ ਲਈ ਪ੍ਰਭੂ ਜੀ, ਬਹੁਤ ਸਾਰੇ ਜਨ ਸੀ ਜੋ ਅੱਜ ਦੇ ਦਿਨ ਨੂੰ ਨਾ ਦੇਖ ਸਕੇ ਪਿਤਾ ਪਰਮੇਸ਼ਰ, ਪਰ ਅੱਜ ਦਾ ਪਵਿੱਤਰ ਸੁੰਦਰ ਦਿਨ ਤੁਸੀਂ ਸਾਡੀਆਂ ਜ਼ਿੰਦਗੀਆਂ 'ਚ ਲੈ ਕੇ ਆਂਦਾ, ਆਪਣੇ ਦੂਤਾਂ ਦੇ ਨਾਲ ਸਾਨੂੰ ਬਲੈਸ ਕੀਤਾ ਪਿਤਾ ਪਰਮੇਸ਼ਰ। ਤੁਹਾਡਾ ਸੱਚਾ ਸਹਾਇਕ ਪਵਿੱਤਰ ਆਤਮਾ ਸਾਡੇ ਲਈ ਦਿੱਤਾ ਪ੍ਰਭੂ ਜੀ, ਕਿ ਉਹ ਸਾਡੀ ਮਦਦ ਸਹਾਇਤਾ ਅਗਵਾਈ ਕਰ ਸਕੇ। ਤੁਹਾਡੀ ਸਦਾ ਦੀ ਦਇਆ ਕਿਰਪਾ ਆਸ਼ੀਸ਼ ਬਰਕਤ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾਵੰਦ। ਸੱਚਮੁੱਚ ਪਿਤਾ ਪਰਮੇਸ਼ਰ ਤੁਸੀਂ ਆਜ਼ਾਦ ਕਰਨ ਵਾਲੇ, ਦਇਆ ਕਰਨ ਵਾਲੇ ਅਤੇ ਪਵਿੱਤਰ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ, ਤੁਸੀਂ ਸਾਨੂੰ ਇਜ਼ਰਾਈਲੀਆਂ ਨੂੰ ਪਿਤਾ ਪਰਮੇਸ਼ਰ ਉਸ ਮਿਸਰ ਦੀ ਗੁਲਾਮੀ ਦੇ ਵਿੱਚੋਂ ਬਾਹਰ ਕੱਢ ਕੇ ਲਿਆਂਦਾ। ਤੁਸੀਂ ਸਾਡੇ ਲਈ ਸਮੁੰਦਰ ਨੂੰ 2 ਭਾਗ ਕੀਤਾ ਪਿਤਾ ਪਰਮੇਸ਼ਰ। ਤੁਸੀਂ ਆਪਣੇ ਨਬੀਆਂ ਦੇ ਦੁਆਰਾ ਸਾਨੂੰ ਸਿਖਾਇਆ, ਸਾਨੂੰ ਸਮਝਾਇਆ, ਸਾਨੂੰ ਤਾੜਨ ਅਤੇ ਸੁਧਾਰਨ ਦੇ ਲਈ ਇਸ ਪਵਿੱਤਰ ਗ੍ਰੰਥ ਨੂੰ ਪਵਿੱਤਰ ਆਤਮਾ ਦੀ ਪ੍ਰੇਰਨਾ ਦੇ ਦੁਆਰਾ ਲਿਖਵਾਇਆ ਪਿਤਾ ਪਰਮੇਸ਼ਰ। ਸੱਚਮੁੱਚ ਖੁਦਾਵੰਦ ਤੁਸੀਂ ਇਹ ਗੱਲਾਂ ਸਾਨੂੰ ਇਸ ਲਈ ਲਿਖੀਆਂ ਤਾਂ ਜੋ ਅਸੀਂ ਪਾਪ ਨਾ ਕਰੀਏ, ਪਰ ਖੁਦਾਵੰਦ ਜਾਣੇ ਅਤੇ ਅਣਜਾਣੇ ਦੇ ਵਿੱਚ ਹੋਏ ਸਾਰੇ ਹੀ ਗਲਤੀਆਂ ਅਤੇ ਗੁਨਾਹਾਂ ਨੂੰ ਵੀ ਮਾफ़ ਕਰਨਾ ਪਿਤਾ ਪਰਮੇਸ਼ਰ, ਕਿਉਂਕਿ ਅਸੀਂ ਪਾਪੀ ਅਤੇ ਅਣਜਾਣੇ ਹਾਂ। ਬਹੁਤੀਆਂ ਜਾਣੇ ਵਿੱਚ ਅਸੀਂ ਗਲਤੀਆਂ ਕੀਤੀਆਂ, ਉਹਨਾਂ ਗਲਤੀਆਂ ਤੋਂ ਸਾਨੂੰ ਸ਼ੁੱਧ ਕਰੋ, ਤਾਂ ਅੱਜ ਅਸੀਂ ਫਿਰ ਤੋਂ ਪਾਪ ਨਾ ਕਰੀਏ ਅਤੇ ਪਾਪ ਦੇ ਰਾਹਾਂ ਤੋਂ ਮੁੜੇ ਰਹੀਏ ਅਤੇ ਬਦੀ ਦੇ ਬੰਧਨਾਂ ਤੋਂ ਆਜ਼ਾਦ ਰਹੀਏ ਪਿਤਾ ਪਰਮੇਸ਼ਰ। ਤੁਹਾਡਾ ਪਵਿੱਤਰ ਸ਼ੁੱਧ ਅਤੇ ਦਇਆ ਵਾਲਾ ਹੱਥ ਸਾਨੂੰ ਸ਼ੁੱਧ ਪਵਿੱਤਰ ਆਜ਼ਾਦ ਕਰੇ। ਹੁਣ ਤੋਂ ਲੈ ਕੇ ਸਦਾ ਤੱਕ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਤੁਹਾਡੀ ਪਵਿੱਤਰ ਮਰਜ਼ੀ ਅਤੇ ਤੁਹਾਡਾ ਕਬਜ਼ਾ ਵਾਸ ਹੋਵੇ ਪਿਤਾ ਪਰਮੇਸ਼ਰ। ਤੁਹਾਡੇ ਵਚਨ, ਤੁਹਾਡੇ ਹੁਕਮ, ਤੁਹਾਡੀਆਂ ਵਿਧੀਆਂ ਸਾਡੇ ਮਨ ਦੇ ਅੰਦਰ ਵਸ ਜਾਣ ਪਿਤਾ ਜੀ। ਤੁਹਾਡਾ ਪਵਿੱਤਰ ਅਤੇ ਦਇਆ ਵਾਲਾ ਹੱਥ ਸਾਨੂੰ ਛੂਹੇ ਅਤੇ ਆਜ਼ਾਦ ਕਰੇ। ਸਾਡੀ ਜ਼ਿੰਦਗੀ ਦਾ ਹਰ ਇੱਕ ਪਲ ਤੁਹਾਡੀ ਮਰਜ਼ੀ ਇੱਛਾ ਦੇ ਅਨੁਸਾਰ ਹੋਵੇ ਪਿਤਾ ਪਰਮੇਸ਼ਰ। ਤੁਹਾਡੇ ਆਤਮਿਕ ਦਾਨ ਅਤੇ ਵਰਦਾਨਾਂ ਨੂੰ ਅਸੀਂ ਮਹਿਸੂਸ ਕਰੀਏ। ਸੱਚਮੁੱਚ ਆਤਮਾ ਦੇ ਫਲ ਸਾਡੇ ਅੰਦਰ ਹੋਣ ਪਿਤਾ ਪਰਮੇਸ਼ਰ। ਅਸੀਂ ਦਇਆ, ਪਿਆਰ, ਨਮਰਤਾ, ਭਲਾਈ, ਆਨੰਦ, ਧੀਰਜ ਦੇ ਵਿੱਚ ਬਣੇ ਰਹੀਏ ਪਿਤਾ ਪਰਮੇਸ਼ਰ। ਤੁਹਾਡਾ ਪਵਿੱਤਰ ਲਹੂ ਸਾਨੂੰ ਪਵਿੱਤਰ ਕਰੇ ਪਿਤਾ ਪਰਮੇਸ਼ਰ। ਅਸੀਂ ਸੰਸਾਰਿਕ ਚੀਜ਼ਾਂ ਦਾ ਪਿੱਛਾ ਨਾ ਕਰੀਏ, ਪਰ ਤੁਹਾਡੀਆਂ ਆਤਮਿਕ ਦਾਨਾਂ ਅਤੇ ਵਰਦਾਨਾਂ ਦਾ ਪਿੱਛਾ ਕਰੀਏ ਅਤੇ ਤੁਹਾਡੇ ਦਿੱਤੇ ਰਾਹਾਂ ਦੇ ਉੱਤੇ ਚੱਲੀਏ। ਤੁਹਾਡਾ ਦਇਆ ਵਾਲਾ ਹੱਥ ਸਾਨੂੰ ਸੰਪੂਰਨ ਕਰੇ, ਪਵਿੱਤਰ, ਸ਼ੁੱਧ, ਆਜ਼ਾਦ ਕਰੇ। ਤੁਹਾਡੇ ਆਤਮਕ ਦੂਤਾਂ ਨੂੰ ਤੁਹਾਡੀ ਆਤਮਾ ਦੀ ਪਹਿਰੇਦਾਰੀ
ਸਮਝਦਾਰੀ ਨੂੰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਭੇਜੋ ਪਿਤਾ ਪਰਮੇਸ਼ਰ। ਤੁਹਾਡੇ ਹੁਕਮਾਂ ਤੇ ਵਿਧੀਆਂ ਦੀ ਆਗਿਆਕਾਰੀ ਨੂੰ ਇਹਨਾਂ ਸਾਰੇ ਭੈਣਾਂ ਭਾਈਆਂ ਦੀ ਜ਼ਿੰਦਗੀ ਦੇ ਵਿੱਚ ਮੰਗਦੇ ਹੋ ਪ੍ਰਭੂ ਜੀ। ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ, ਆਮੀਨ, ਆਮੀਨ।